ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ। ਬਰ ਸ੍ਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਬੇ ਜੋਗ। ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ। ਆਤਮ ਰਸ ਜੋ ਜਾਨਹੀ, ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮਹਿ ਤਾਸ ਮਹਿ, ਰੰਚਕ ਨਾਹਿ ਨ ਭੇਵ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਅਜੀਤ ਸਿੰਘ ਬੀਰ ਧੀਰ ਧਰ ਤੀਰ ਪ੍ਰਹਾਰੇ। ਕੌਤਕ ਹੋਤ ਉਦੋਤ ਆਏ ਨਭ ਦੇਵ ਨਿਹਾਰੇ। ਹੋਏ ਪਦਾਂਤ ਅਸਵਾਰ ਤਿਨੈ ਹਤ ਤੂਰਨ ਡਾਰੇ। ਇਮ ਪਠਾਨ ਅਰ ਮੁਗਲ ਪਰੇ ਜਨ ਪੰਜ ਮੁਨਾਰੇ। ਰਣ ਖੇਤ ਭਇਓ ਦਾਰਣ ਮਹਾਲੋਥਨ ਪਰ ਲੋਥੈ ਗਿਰੀ। ਬਹੁ ਕਾਨਵ ਤੇ ਭਖ ਭਖ ਰੁਦਰ ਹੋਏ ਸਰਤਾ ਤਬ ਚਲ ਪਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ। ਗੁਰੂ ਖਾਲਸਾ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ 'ਚ ਸੰਧਿਆ ਦੇ ਦੀਵਾਨ ਸਜੇ ਨੇ। ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਨੇ। ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਚੌਪਈ ਸਾਹਿਬ ਦੇ ਜਾਪ ਵੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਬੀਬੀਆਂ ਵੱਲੋਂ ਅਤੇ ਬਾਪਲਾ ਪਰਿਵਾਰ ਵੱਲੋਂ ਕਰਵਾਏ ਗਏ ਨੇ ਆਪਣੀ ਮਾਤਾ ਜੀ ਦੀ ਯਾਦ ਵਿੱਚ। ਸੋ ਹੁਣ ਸਾਧ ਸੰਗਤ ਜੀ ਆਓ ਉਸ ਲੜੀ ਨਾਲ ਜੁੜ ਜਾਈਏ ਜੋ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਕਥਾ ਚੱਲ ਰਹੀ ਹੈ, ਸ੍ਰੀ ਚਮਕੌਰ ਸਾਹਿਬ ਦੇ ਜੰਗ ਦੀ। ਅੱਜ 13 ਪੋਹ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। ਉਹਨਾਂ ਦੀ ਕਥਾ ਵੀ ਆਉਣ ਵਾਲੇ ਦਿਨਾਂ ਵਿੱਚ ਜੇ ਸੰਗਤਾਂ ਦਾ ਹੁਕਮ ਹੋ ਰਿਹਾ ਹੈ ਸੰਗਤਾਂ ਨੂੰ ਸਰਵਣ ਕਰਾਈ ਜਾਵੇਗੀ। ਪਰ ਪਹਿਲਾਂ ਉਸ ਲੜੀ ਨੂੰ ਸੰਪੂਰਨ ਕਰੀਏ ਜਿਹੜੀ ਚੱਲ ਰਹੀ ਹੈ, ਸ੍ਰੀ ਚਮਕੌਰ ਸਾਹਿਬ ਦਾ ਜੰਗ। ਧੰਨ ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਿਕਟਵਰਤੀ ਪਿਆਰੇ ਪਿਆਰੇ ਸਿੰਘ ਗੜੀ 'ਚੋਂ ਨਿਕਲ ਕੇ ਸ਼ਹੀਦੀਆਂ ਪਾ ਰਹੇ ਨੇ। ਭਾਈ ਦਾਨ ਸਿੰਘ, ਖਜਾਨ ਸਿੰਘ, ਧਿਆਨ ਸਿੰਘ, ਕੋਠਾ ਸਿੰਘ, ਮਦਨ ਸਿੰਘ, ਹਿੰਮਤ ਸਿੰਘ, ਸਾਹਿਬ ਸਿੰਘ, ਮੋਹਕਮ ਸਿੰਘ, ਕੇਸਰਾ ਸਿੰਘ, ਅਮੋਲਕ ਸਿੰਘ, ਲਾਲ ਸਿੰਘ, ਇਹ ਬਹੁਤ ਸਾਰੇ ਸੂਰਮੇ ਸ਼ਹੀਦ ਹੋ ਗਏ। ਤਾਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਬਖਸ਼ੋ। ਛਤਰੀ ਕੋ ਪੂਤ ਹੋਂ ਬਾਹਮਣ ਕੋ ਨੈ। ਮੈਂ ਛਤਰੀ ਦਾ ਪੁੱਤਰ ਹਾਂ, ਧਰਮ ਮੇਰਾ ਜੂਝਣਾ ਹੈ। ਜੂਝ ਬਹੁ ਕਾਮ ਹੈ ਛਤਰਨ ਕੋ, ਕੁਛ ਜੋਗਨ ਕੋ ਨਹੀਂ ਕਾਮ ਲੜਾਈ। ਬਾਬਾ ਅਜੀਤ ਸਿੰਘ ਜੀ ਦੇ ਨਾਲ ਭਾਈ ਆਲਮ ਸਿੰਘ ਜੀ ਨੱਚਣਾ, ਭਾਈ ਧਿਆਨ ਸਿੰਘ, ਭਾਈ ਸੁੱਖਾ ਸਿੰਘ, ਵੀਰ ਸਿੰਘ ਆਦਿਕ ਇਹ ਕੁਝ ਸਿੰਘ ਨਿਕਲੇ ਹਨ। ਕਿਸ ਪ੍ਰਕਾਰ ਬਾਬਾ ਅਜੀਤ ਸਿੰਘ ਜੀ ਵੈਰੀਆਂ ਤੇ ਤੀਰਾਂ ਦੀ ਵਰਖਾ ਗੜੀ ਤੋਂ ਕਰਦੇ ਨਿਕਲੇ ਹਨ। ਉਹ ਵੀਰ ਰਸ ਵਿੱਚ ਕਵਿਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਜੀ ਨੇ ਲਿਖੀ ਹੈ, ਛਪੇ ਛੰਦ ਵਿੱਚ। ਬਾ ਕਮਾਲ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ।
ਸਾਰੀਆਂ ਸੰਗਤਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ੍ਰੀ ਚਮਕੌਰ ਸਾਹਿਬ ਵਿੱਚ ਵੱਡੇ ਸਾਹਿਬਜ਼ਾਦੇ ਨੇ ਜੋ ਘਮਸਾਣ ਦਾ ਯੁੱਧ ਕੀਤਾ ਉਹ ਕਥਾ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਅਜੀਤ ਸਿੰਘ ਬੀਰ ਧੀਰ ਧਰ ਤੀਰ ਪ੍ਰਹਾਰੇ। ਮਹਾਬਲੀ ਯੋਧਾ ਗੁਰੂ ਕਲਗੀਧਰ ਦਾ ਲਾਡਲਾ ਸਪੁੱਤਰ ਸ੍ਰੀ ਅਜੀਤ ਸਿੰਘ ਬੀਰ ਧੀਰ ਧਰ ਤੀਰ ਪ੍ਰਹਾਰੇ ਬੜੇ ਹੌਸਲੇ ਨਾਲ ਵੈਰੀਆਂ ਤੇ ਤੀਰਾਂ ਦਾ ਮੀਂਹ ਵਰਾ ਰਿਹਾ ਹੈ। ਕੌਤਕ ਹੋਤ ਉਦੋਤ ਆਏ ਨਭ ਦੇਵ ਨਿਹਾਰੇ। ਇਸ ਯੁੱਧ ਦੇ ਕੌਤਕ ਨੂੰ ਦੇਖਣ ਵਾਸਤੇ ਦੇਵਤੇ ਵੀ ਅਸਮਾਨ 'ਚ ਆ ਕੇ ਖੜ ਗਏ ਹਨ। ਹੋਏ ਪਦਾਂਤ ਅਸਵਾਰ ਤਿਨੈ ਹੱਥ ਤੂਰਨ ਡਾਰੇ। ਭਾਵੇਂ ਉਹਨਾਂ ਦੇ ਤੀਰ ਦੇ ਸਾਹਮਣੇ ਕੋਈ ਪੈਦਲ ਆ ਜਾਂਦਾ ਤੇ ਭਾਵੇਂ ਕੋਈ ਘੋੜ ਸਵਾਰ ਆ ਜਾਂਦਾ, ਬਾਬਾ ਜੀ ਦਾ ਤੀਰ ਵਿੱਚੋਂ ਦੀ ਸਾਰ ਪਾਰ ਲੰਘ ਜਾਂਦਾ ਹੈ। ਇਮ ਪਠਾਨ ਅਰ ਮੁਗਲ ਪਰੇ ਜਨ ਪੁੰਜ ਮਨਾਰੇ। ਮੁਗਲ ਪਠਾਨ ਵੱਡੇ ਵੱਡੇ ਇਉਂ ਡਿੱਗਦੇ ਹਨ ਜਿਵੇਂ ਸਾਧ ਸੰਗਤ ਜੀ ਮੁਨਾਰੇ ਢਹਿੰਦੇ ਬਿਜਲੀ ਪੈਣ ਦੇ ਨਾਲ। ਰਣ ਖੇਤ ਭਇਓ ਦਾਰੁਣ ਮਹਾ ਲੋਥਨ ਪਰ ਲੋਥੈ ਗਿਰੀ। ਮੈਦਾਨੇ ਜੰਗ ਦਾ ਹਾਲਾਤ ਬੜਾ ਭਿਆਨਕ ਹੋ ਗਿਆ। ਲਾਸ਼ਾਂ ਉੱਤੇ ਲਾਸ਼ਾਂ ਚੜ ਗਈਆਂ। ਬਹੁ ਘਾਵਨ ਤੇ ਭਕ ਭਕ ਰੁਦਰ ਹੋਏ ਸਰਤਾ ਤਬ ਚੱਲ ਪਰੀ। ਕਹਿੰਦੇ ਸਰੀਰ ਵਿੱਚੋਂ ਲਹੂ ਦੇ ਪਤ ਨਾਲੇ ਵਗ ਰਹੇ ਨੇ ਤੇ ਲਹੂ ਦੀਆਂ ਨਦੀਆਂ ਚਮਕੌਰ ਸਾਹਿਬ ਦੇ ਆਲੇ ਦੁਆਲੇ ਵਗ ਰਹੀਆਂ ਨੇ। ਥਾਂ ਥਾਂ ਤੇ ਧਰਤੀ ਲਾਲ ਸੁਰਖ ਹੋ ਗਈ ਹੈ। ਯਾ ਖੁਦਾਏ ਬੜ ਅਜਬ ਵਹਿਰ ਕੇ ਮਰਤ ਹਜ਼ਾਰੇ। ਮੁਸਲਮਾਨ ਫੌਜਾਂ ਦੇ ਜਰਨੈਲ, ਪਹਾੜੀ ਰਾਜਿਆਂ ਦੀ ਫੌਜ ਦੇ ਜਰਨੈਲ ਮੂੰਹ 'ਚ ਉਂਗਲਾਂ ਪਾ ਕੇ ਸਾਹਿਬਜ਼ਾਦੇ ਦਾ ਯੁੱਧ ਦੇਖ ਰਹੇ ਨੇ। ਯਾ ਖੁਦਾਏ ਬੜ ਅਜਬ ਬਹਿਰ ਕੇ ਮਰਤ ਹਜ਼ਾਰੇ। ਉਹ ਕਹਿੰਦੇ ਨੇ ਬੜਾ ਗਜਬ ਹੋ ਰਿਹਾ ਜੇ। ਹੇ ਖੁਦਾ ਤੋਬਾ ਤੋਬਾ ਤੋਬਾ। ਕਹਿੰਦੇ ਹਜ਼ਾਰਾਂ ਬੰਦੇ ਸਾਡੇ ਮਰ ਰਹੇ ਨੇ। ਗਿਰਹਿ ਦੜਾ ਦੜ ਤੁਰਕ ਤੁਰਕ ਅਲਪ ਸਿੰਘਨ ਕਰ ਮਾਰੇ। ਥੋੜੇ ਜੇ ਸਿੰਘ ਹਨ ਤੇ ਸਾਡੀਆਂ ਫੌਜਾਂ ਨੂੰ ਮਾਰ ਮਾਰ ਸੁੱਟੀ ਜਾਂਦੇ ਨੇ। ਦੜਾ ਦੜ ਕਰਦੇ ਸਾਡੇ ਜਵਾਨ ਧਰਤੀ ਤੇ ਡਿੱਗ ਰਹੇ ਨੇ। ਬੀਤੇ ਕੇਤਕ ਜਾਮ ਮਰਤ ਨਹਿ ਮਿਲਤ ਨ ਹਾਰਤ। ਇਹ ਕਿੰਨੇ ਪਹਿਰ ਹੋ ਗਏ ਨੇ, ਲੜੀ ਜਾਂਦੇ ਨੇ ਲੜੀ ਜਾਂਦੇ ਨੇ। ਨਾ ਇਹਨਾਂ ਨੇ ਸਾਡੇ ਅੱਗੇ ਹਥਿਆਰ ਸੁੱਟੇ ਨੇ ਤੇ ਨਾ ਹੀ ਇਹ ਹਾਰ ਮੰਨੀ ਹੈ ਇਹਨਾਂ ਨੇ। ਵਦ ਲਸ਼ਕਰ ਮਹਿ ਆਏ ਏਕ ਏਕ ਲਰਤ ਸੁਮਾਰਤ। ਇਹਨਾਂ ਦੇ ਵਿੱਚ ਕਿੰਨਾ ਕੁ ਹੌਸਲਾ ਹੈ, ਕਿੰਨੀ ਕੁ ਦਲੇਰੀ ਹੈ ਕਿ ਸਾਡੀਆਂ ਲੱਖਾਂ ਫੌਜਾਂ ਨੂੰ ਵੇਖ ਕੇ ਵੀ ਘਬਰਾਉਂਦੇ ਨਹੀਂ, ਡਰਦੇ ਨਹੀਂ, ਸੰਗਦੇ ਨਹੀਂ, ਝੱਕਦੇ ਨਹੀਂ। ਕੱਲੇ ਕੱਲੇ ਆ ਕੇ ਜੰਗ ਦੇ ਵਿੱਚ ਤੇਗਾ ਮਾਰਦੇ ਨੇ। ਬਿਲ ਕਹਿਤ ਬਾਤ ਇਤਿਆਦ ਬਹੁ ਲਸ਼ਕਰ ਬਿਸਮੈ ਹੋਏ ਰਹਿਓ। ਸਾਧ ਸੰਗਤ ਜੀ ਇਸ ਪ੍ਰਕਾਰ ਦੀਆਂ ਗੱਲਾਂ ਕਰਦੇ ਹੋਏ ਤੁਰਕ ਜਿਹੜੇ ਨੇ ਹੈਰਾਨ ਹੋ ਗਏ ਨੇ। ਇਮ ਫਿਰੇ ਸਿੰਘ ਗੁਰ ਸੁਤ ਸਹਿਤ ਗਹ ਗਰਭ ਗਨ ਕੋ ਦਹਿਓ। ਮਹਾਰਾਜ ਦਾ ਵੱਡਾ ਸਾਹਿਬਜ਼ਾਦਾ ਆਪਣੇ ਸਾਥੀਆਂ ਨੂੰ ਲੈ ਕੇ ਦੁਸ਼ਮਣ ਦੀ ਫੌਜ ਇਉਂ ਜਾਂਦਾ ਹੈ ਜਿਵੇਂ ਬਿਜਲੀ ਅਸਮਾਨ ਚੋਂ ਕਦੀ ਸੱਜੇ ਕਦੀ ਖੱਬੇ ਜਾਂਦੀ ਨਾ। ਬਾਬਾ ਅਜੀਤ ਸਿੰਘ ਦਾ ਘੋੜਾ ਬੜੀ ਫੁਰਤੀ ਨਾਲ ਦੌੜਦਾ। ਕੰਨਾਂ ਦੇ ਖਿੱਚ ਖਿੱਚ ਬਾਬਾ ਜੀ ਤੀਰ ਮਾਰਦੇ ਨੇ। ਜ਼ੇਰ ਦਸਤ ਜਿਤ ਰਸਿਓ ਦੇਖ ਆਪਣੀ ਲਗਤਾਈ। ਸੂਬਾ ਜ਼ੇਰ ਦਸਤ ਲਾਹੌਰ ਦਾ ਸੂਬੇਦਾਰ ਜਦੋਂ ਉਹਨੇ ਵੇਖਿਆ ਕਿ ਸਾਡੀ ਫੌਜ ਦਾ ਬੜਾ ਨੁਕਸਾਨ ਹੋ ਰਿਹਾ, ਸਾਡੇ ਜਵਾਨਾਂ ਦੇ ਹੌਸਲੇ ਢਹਿ ਰਹੇ ਨੇ, ਸਾਡੇ 'ਚ ਕੋਈ ਮਰਦ ਦਲੇਰ ਯੋਧਾ ਸਾਹਮਣੇ ਨਹੀਂ ਨਿਕਲਦਾ, ਇਸ ਗੱਲ 'ਚ ਆਪਣੀ ਹੇਠੀ ਸਮਝੀ ਉਹਨੇ ਤੇ ਬੜਾ ਗੁੱਸੇ 'ਚ ਆਇਆ ਜ਼ਬਰਦਸਤ ਖਾਨ। ਹੇਲਾ ਘਾਲਿਓ ਉਮੜ ਬੋਲ ਬਹੁ ਧੂਮ ਮਚਾਈ। ਕਹਿੰਦੇ ਲਾਹੌਰ ਦੇ ਸੂਬੇਦਾਰ ਨੇ ਬੜੀ ਜ਼ਬਰਦਸਤ ਫੌਜ ਲੈ ਕੇ ਜੰਗੀ ਯੋਧਿਆਂ ਦੀ 94 ਯੋਧਿਆਂ ਦੀ ਹੱਲਾ ਕੀਤਾ ਹੈ। ਚਲੀ ਤੁਪਕ ਅਣਗਿਣਤ ਲੱਗੀ ਸਿੰਘਨ ਤਨ ਆਈ। ਬਹੁਤ ਸਾਰੀਆਂ ਗੋਲੀਆਂ ਇਕੱਠੀਆਂ ਹੀ ਸਿੰਘਾਂ ਵੱਲ ਚਲਾ ਦਿੱਤੀਆਂ ਜਿਹੜੀਆਂ ਆ ਕੇ ਸਿੰਘਾਂ ਨੂੰ ਲੱਗ ਰਹੀਆਂ ਨੇ। ਭੀਜੇ ਰੁਦਰ ਸਰੀਰ ਚੀਰ ਲਾਲੀ ਉਗਰਾਈ। ਸਿੰਘਾਂ ਦੇ ਚੋਲਿਆਂ ਦੇ ਵਿੱਚੋਂ ਦੀ ਲੰਘ ਕੇ ਗੋਲੀਆਂ ਸਰੀਰਾਂ ਨੂੰ ਭੰਨ ਕੇ ਜਦੋਂ ਪਾਰ ਹੋਈਆਂ ਨੇ ਤੇ ਸੂਰਬੀਰ ਯੋਧੇ ਗੁਰੂ ਖਾਲਸੇ ਦਾ ਲਹੂ ਚੋਲਿਆਂ ਤੇ ਡੁੱਲਿਆ ਹੈ। ਕਹਿੰਦੇ ਭੀਜੇ ਚੀਰ ਸਰੀਰ, ਕੱਪੜੇ ਭਿੱਜ ਗਏ ਨੇ ਲਹੂ ਨਾਲ, ਸਿੰਘਾਂ ਨੂੰ ਲਾਲੀਆਂ ਚੜ ਗਈਆਂ ਨੇ। ਮਿਲ ਹੱਥਾ ਵਥ ਗਿਰ ਗਿਰ ਪਰਤ ਤੁੰਡ ਮੁੰਡ ਫੋੜ ਨ ਕਰਹਿ। ਹੱਥੋਂ ਹੱਥੀ ਲੜਾਈ ਦੇ ਵਿੱਚ ਸਿੰਘ ਕਿਸੇ ਨੂੰ ਡਾਹ ਨਹੀਂ ਦਿੰਦੇ। ਜਿਹੜਾ ਕਿਤੇ ਨੇੜੇ ਆ ਜਾਵੇ ਮਾਰ ਥੱਲੇ ਤੀਰ ਦੇ ਜਾਂ ਬਰਛੇ ਦੇ ਉਹਨੂੰ ਪਾਰ ਬੁਲਾ ਦਿੰਦੇ ਨੇ ਜਾਂ ਤੇਗ ਦੇ ਨਾਲ ਝਟਕ ਦਿੰਦੇ ਨੇ। ਉਨ ਫਰਕ ਪਰਤ ਦੋਹ ਦਿਸਨ ਮਹਿ ਤਰਾਸ ਧਰਤ ਇਤ ਉਤ ਟਰਹਿ। ਸੋ ਜਦੋਂ ਲੜਦੇ ਨੇੜੇ ਆਉਂਦੇ ਨੇ ਵੈਰੀ ਦੇ ਆਹੂ ਲਾ ਕੇ ਫਿਰ ਘੋੜਾ ਦੂਰ ਦੌੜ ਜਾਂਦਾ ਲੈ ਕੇ
ਤੇ ਫਿਰ ਫਰਕ ਪੈ ਜਾਂਦਾ ਹੈ ਆਪਸ ਵਿੱਚ। ਪਰ ਵੈਰੀ ਉਹਨਾਂ ਤੋਂ ਡਰਦੇ ਮਾਰੇ ਉਹਨਾਂ ਦੇ ਨੇੜੇ ਜਾਣ ਦਾ ਹੌਸਲਾ ਨਹੀਂ ਕਰਦੇ। ਕਰਹਿ ਸ਼ੀਘਰਤਾ ਅਧਿਕ ਗੁਰੂ ਸੁਤ ਸਰਬ ਰਖਾਵੈ। ਬਾਬਾ ਅਜੀਤ ਸਿੰਘ ਜੀ ਬੜੀ ਫੁਰਤੀ ਕਰਦੇ ਨੇ, ਚੜ੍ਹਦੀ ਉਮਰ ਜਵਾਨੀ ਦੀ ਹੈ। ਕਲਗੀਧਰ ਪਾਤਸ਼ਾਹ ਨੇ ਰੀਝਾਂ ਨਾਲ ਸ਼ਸਤਰ ਵਿਦਿਆ ਸਿਖਾਈ ਹੈ। ਜਿਵੇਂ ਉਹਨਾਂ ਦੀ ਬਾਣੀ 'ਚ ਬਚਨ ਆਉਂਦਾ, ਅਬ ਰੀਝ ਕਹਿ ਦੇਹੋ ਵਹ ਹਮਕੋ ਜੋ ਹੋਂ ਬਿਨਤੀ ਕਰ ਜੋਰ ਕਰੋ, ਜਬ ਆਪ ਕੀ ਔਦ ਨਿਦਾਨ ਬਣੇ ਅਤ ਹੀ ਰਣ में तब जूझ मरो। ਰੀਝ ਕੇ ਦਾਨ ਦਿਓ ਜਿਨ ਕੋ ਤਿਨ ਮੰਗਨ ਕੋ ਨਾ ਕਹੂੰ ਮਨ ਕੀਨੋ। ਗੁਰੂ ਕਲਗੀਧਰ ਨੇ ਖੁਸ਼ ਹੋ ਕੇ ਆਪਣੇ ਸਿੰਘਾਂ ਨੂੰ ਸ਼ਸਤਰ ਵਿਦਿਆ ਸਿਖਾਈ। ਭਾਈ ਆਲਮ ਸਿੰਘ ਨੱਚਣੇ ਨੂੰ ਸ਼ਸਤਰ ਵਿਦਿਆ ਸਿਖਾਈ। ਸੁਖਾ ਸਿੰਘ, ਵੀਰ ਸਿੰਘ ਸਾਰੇ ਹੀ ਚੜ੍ਹਦੇ ਤੋਂ ਚੜ੍ਹਦੇ ਯੋਧੇ ਹਨ। ਅਜੀਤ ਸਿੰਘ ਦੀ ਫੁਰਤੀ ਸਭ ਤੋਂ ਵੱਧ ਹੈ। ਹਾਂਜੀ, ਵੇਦਤ ਦੁਸ਼ਮਣ ਦੇਹ ਗਰੇ ਧਰ ਪਰ ਤਰਫਾਵੈ। ਕਹਿੰਦੇ ਵੈਰੀਆਂ ਦੇ ਸਰੀਰਾਂ ਨੂੰ ਤੀਰਾਂ ਨਾਲ ਚੀਰਦਾ ਹੋਇਆ ਸਾਰੇ ਪਾਸੇ ਫਿਰੀ ਜਾਂਦਾ। ਜੰਗ ਦੇ ਮੈਦਾਨ ਵਿੱਚ ਨਿਰਭੈ ਯੋਧਾ ਅਜੀਤ ਸਿੰਘ। ਉਹਦੇ ਤੀਰ ਦੀ ਕੋਈ ਝਾਲ ਨਹੀਂ ਚੱਲਦਾ। ਉਹਦੇ ਤੀਰਾਂ ਨਾਲ ਜ਼ਖਮੀ ਹੋ ਕੇ ਸੂਰਮੇ ਧਰਤੀ ਤੇ ਲਿਟ ਰਹੇ ਨੇ, ਤੜਫ ਰਹੇ ਨੇ ਤੇ ਆਪਣੇ ਪ੍ਰਾਣ ਤਿਆਗ ਰਹੇ ਨੇ। ਤਕ ਤਕ ਗੁਲ ਕਾਹਤ ਹੈ ਨਹੀਂ ਕੋ ਲਾਗਨ ਪਾਵੈ। ਬਾਬੇ ਅਜੀਤ ਸਿੰਘ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਉਂਦੇ ਨੇ, ਪਰ ਗੋਲੀ ਬਾਬੇ ਤੱਕ ਪਹੁੰਚਦੀ ਨਹੀਂ। ਘੋੜਾ ਅਗਾਂ ਦੀ ਅਗਾਂ ਨਿਕਲ ਜਾਂਦਾ। ਇੰਨਾ ਘੋੜੇ ਦਾ ਪੈਂਤੜਾ ਬਾਬਾ ਜੀ ਨੇ ਸਿਖਾਇਆ ਹੋਇਆ। ਘੋੜੇ ਦੇ ਨਾਲ ਤੇ ਬਾਬੇ ਅਜੀਤ ਸਿੰਘ ਦੇ ਮਨ ਦਾ ਇੱਕਮਿਕ ਮਨ ਹੋ ਗਿਆ ਹੈ। ਜਿਵੇਂ ਬਾਣੀ ਚ ਆਉਂਦਾ ਨਾ, ਮਨ ਅਸਵਾਰ ਜੈਸੇ ਤੁਰੀ ਸਿਗਾਰੀ। ਮਨ ਅਸਵਾਰ ਦਾ ਮਤਲਬ ਇਹ ਵੀ ਹੈ ਕਿ ਮਨ ਦੇ ਨਾਲ ਘੋੜਾ, ਘੋੜੇ ਦੇ ਮਨ ਨਾਲ ਸਵਾਰ ਦਾ, ਤੇ ਸਵਾਰ ਦੇ ਮਨ ਨਾਲ ਘੋੜੇ ਦਾ ਮਨ ਮਿਲ ਜਾਣਾ। ਬਾਬਾ ਜੀ ਜਿੱਧਰ ਚਾਹੁੰਦੇ ਨੇ ਘੋੜਾ ਉਧਰ ਹੀ ਆਪੇ ਚਲਾ ਜਾਂਦਾ ਹੈ। ਹਾਂਜੀ, ਕਰਹਿ ਚਲਾਕੀ ਚਰਨ ਚਹੂੰ ਦਿਸ਼ ਚਿਤ ਬਚਲਾਵੈ। ਬਾਬਾ ਜੀ ਬੜੀ ਪੈਰਾਂ ਦੀ ਚਲਾਕੀ ਦੇ ਨਾਲ ਮੈਦਾਨੇ ਜੰਗ ਵਿੱਚ ਜੂਝ ਰਹੇ ਨੇ। ਰਣਖੇਤ ਬਿਖੈ ਇਤ ਉਤ ਫਿਰਤ ਫਾਂਦਤ ਦੌਰਤ ਛਤਰ ਹੱਤ। ਇੱਧਰ ਉਧਰ ਸੱਜੇ ਖੱਬੇ ਅੱਗੇ ਪਿੱਛੇ ਸਾਰੇ ਪਾਸੇ ਵੈਰੀਆਂ ਦੇ ਮੋਰਚਿਆਂ ਦੇ ਤੀਰਾਂ ਦੀ ਵਰਖਾ ਕਰਦਾ। ਉਹਨਾਂ ਦੇ ਵਾਰਾਂ ਨੂੰ ਬਚਾਉਂਦਾ ਬਾਬਾ ਅਜੀਤ ਸਿੰਘ। ਸਭ ਕਰਤ ਬਿਲੋਕਨ ਜੰਗ ਕੋ ਹੋਤ ਅਚੰਪੈ ਮਹਿਤ ਚਿਤ। ਬਾਬਾ ਜੀ ਦਾ ਯੁੱਧ ਵੇਖ ਕੇ ਸਭ ਦਾ ਚਿੱਤ ਅਚੰਭੇ 'ਚ ਪੈ ਰਿਹਾ ਵੀ ਇਹ ਕਿਆ ਹੈ? ਕੋਈ ਬਿਜਲੀ ਹੈ ਅਸਮਾਨ ਦੀ ਜਿਹੜੀ ਘੋੜੇ ਤੇ ਦੌੜੀ ਫਿਰਦੀ ਹੈ? ਇਹ ਘੋੜਾ ਹੈ ਕਿ ਬਿਜਲੀ ਹੈ? ਏਦਾਂ ਬਾਬਾ ਜੀ ਇੱਧਰ ਉਧਰ ਸੱਜੇ ਖੱਬੇ ਜਾਂਦੇ ਨੇ। ਨਿਖਟਿਓ ਤਬੈ ਨਿਖੰਗ ਬਾਣ ਸਭ ਦੇ ਚਲਾਈ। ਸਾਧ ਸੰਗਤ ਜੀ ਜਿੰਨੇ ਕੁ ਤੀਰ ਪੱਥੇ ਵਿੱਚ ਸਨ ਸਾਰੇ ਨੇ ਖੁੱਟ ਗਏ, ਮੁੱਕ ਗਏ। ਜਦੋਂ ਤੀਰ ਸਾਰੇ ਸਮਾਪਤ ਹੋ ਗਏ, ਕੋਪ ਨ ਹੋਇਓ ਸਾਤ ਹੇਰ ਦੁਸ਼ਟਨ ਖੁਟਿਆਈ। ਪਰ ਬਾਬੇ ਜੀ ਦਾ ਅਜੇ ਗੁੱਸਾ ਠੰਡਾ ਨਹੀਂ ਹੋਇਆ। ਉਹ ਵੈਰੀਆਂ ਦੇ ਜਿਹੜੇ ਮਨ ਵਿੱਚ ਉਹਨਾਂ ਨੇ ਦਗੇ ਕੀਤੇ ਸਨ, ਧੋਖਾ ਕੀਤਾ ਸੀ, ਝੂਠੀਆਂ ਕਸਮਾਂ ਪਾ ਕੇ ਖੁਟਿਆਈ ਕੀਤੀ ਸੀ, ਉਸ ਦੇ ਉੱਤੇ ਬਾਬਾ ਜੀ ਨੂੰ ਬੜਾ ਰੋਹ ਚੜਿਆ ਹੋਇਆ। ਤੇ ਉਸੇ ਰੋਹ ਵਿੱਚ ਵੈਰੀਆਂ ਦੇ ਆਉ ਲਾਈ ਜਾਂਦੇ ਨੇ ਬਾਬਾ ਅਜੀਤ ਸਿੰਘ ਸਾਹਿਬ ਜੀ। ਗਹੀ ਸਾਂਗ ਕਰ ਬਿਖੈ ਦੌਰ ਕਰ ਅੰਗ ਪਰੋਏ। ਹੁਣ ਬਾਬਾ ਜੀ ਨੇ ਸਾਂਗ ਬਰਛੀ ਫੜ ਲਈ ਹੱਥ ਦੇ ਵਿੱਚ, ਤੇ ਜਿਹਨੂੰ ਬਰਛੀ ਮਾਰਦੇ ਨੇ ਪਰੋ ਕੇ ਸੁੱਟ ਦਿੰਦੇ ਨੇ। ਹਾਂਜੀ, ਸੀਖ ਮਾਸ ਜਿਮ ਬੇਦ ਅਗਨ ਪਰ ਪੁੰਜਤ ਕੋਏ। ਜਿਵੇਂ ਸਾਧ ਸੰਗਤ ਜੀ ਹੋਟਲਾਂ ਵਾਲੇ ਲੋਹੇ ਦੀ ਸੀਖ ਦੇ ਉੱਤੇ ਮੁਰਗਿਆਂ ਨੂੰ ਪਰੋ ਕੇ ਇਕੱਠਿਆਂ ਨੂੰ ਤੇ ਤੰਦੂਰ ਦੇ ਵਿੱਚ ਭੁੰਨਦੇ ਨੇ ਨਾ, ਉਹ ਕਬਾਬ ਭੁੰਨਦੇ ਨੇ। ਇਸ ਤਰ੍ਹਾਂ ਬਾਬਾ ਜੀ ਇੱਕ ਇੱਕ ਬਰਛੀ ਦੇ ਦੋ ਦੋ ਤਿੰਨ ਤਿੰਨ ਪਰੋ ਕੇ ਸੁੱਟੀ ਜਾਂਦੇ ਹਨ। ਗੁਣ ਮਾਰ ਮਾਰ ਕੇ ਰਤ ਫਿਰਤ ਛਾਤੀ ਤੁੰਡ ਅਰ। ਕਹਿੰਦੇ ਵੈਰੀਆਂ ਦੀਆਂ ਛਾਤੀਆਂ ਚੀਰਦਾ ਜਾਂਦਾ ਹੈ। ਜਿੱਧਰ ਬਰਛੀ ਮਾਰਦਾ ਹੈ ਵੈਰੀ ਦੀ ਛਾਤੀ ਚੀਰ ਕੇ ਪਾਰ ਲੰਘਾ ਦਿੰਦਾ ਹੈ ਬਾਬਾ ਅਜੀਤ ਸਿੰਘ। ਇਮ ਪਾਏ ਧੂਮ ਰਣ ਭੂਮ ਮਹਿ ਘਾਇਲ ਘੂਮਤ ਝੂਮ ਗਿਰ। ਇਸ ਤਰ੍ਹਾਂ ਰਣ ਭੂਮੀ ਵਿੱਚ ਧੁੰਮ ਚਾ ਦਿੱਤੀ ਹੈ ਤੇ ਘਾਇਲ ਜਿਹੜੇ ਨੇ ਉਹਨਾਂ ਦੇ ਹੱਥੋਂ ਜ਼ਖਮੀ ਹੋਏ ਝੂਮ ਝੂਮ ਕੇ ਡਿੱਗਦੇ ਪਏ ਨੇ ਧਰਤੀ ਤੇ। ਪਿਕ ਤੁਰਕਨ ਕਰ ਜ਼ੋਰ ਆਏ ਚੋਹ ਫੇਰ ਘੇਰ ਲਿਆ। ਬਾਬਾ ਜੀ ਨੂੰ ਚਾਰੇ ਪਾਸਿਓਂ ਤੁਰਕਾਂ ਨੇ ਘੇਰ ਲਿਆ, ਜ਼ੋਰ ਪਾ ਲਿਆ। ਉਹਨਾਂ ਦੀ ਫੌਜ ਬਹੁਤ ਸੀ, ਲੱਖਾਂ ਫੌਜ ਦੇ ਵਿੱਚ ਬਾਬਾ ਜੀ ਘਿਰ ਗਏ ਹਨ। ਮਾਰ ਮਾਰ ਕਰ ਰੌਰ ਸਭਨ ਤਬ ਸ਼ਸਤਰ ਹਤਨ ਕਿਆ। ਮਾਰ ਲੋ ਮਾਰ ਲੋ ਮਾਰ ਲੋ ਕਹਿੰਦੇ ਵੱਡੇ ਛੋਟੇ ਜਰਨੈਲ ਬਾਬਾ ਜੀ ਉੱਤੇ ਸ਼ਸਤਰਾਂ ਦੇ ਵਾਰ ਕਰਨ ਲੱਗੇ ਹਨ। ਪੰਚੋ ਸਿੰਘਨ ਦੇਖ ਸੰਗ ਗੁਰ ਸੁਤ ਕੋ ਗਹਿਲ ਗਿਹ। ਜਦੋਂ ਪੰਜਾਂ ਸਿੰਘਾਂ ਨੇ ਸਾਥੀਆਂ ਨੇ ਦੇਖਿਆ, ਆਲਮ ਸਿੰਘ, ਵੀਰ ਸਿੰਘ, ਸੁੱਖਾ ਸਿੰਘ, ਧਿਆਨ ਸਿੰਘ ਨੇ,
ਉਹਨਾਂ ਨੇ ਆ ਕੇ ਬਾਬਾ ਜੀ ਦੇ ਆਲੇ ਦੁਆਲੇ ਘੇਰਾ ਘੱਤ ਲਿਆ ਬਾਬਾ ਜੀ ਦੀ ਹੈਲਪ ਕਰਨ ਵਾਸਤੇ। ਪਹੁੰਚਤ ਹੱਥ ਹਥਿਆਰ ਰਿਪਨ ਕੀ ਦਿਸ਼ ਕੋ ਲਹਿ ਲਹਿ। ਉਹਨਾਂ ਨੇ ਵੈਰੀ ਨੂੰ ਨੇੜੇ ਲੱਗਣ ਨਹੀਂ ਦਿੱਤਾ ਤੇ ਬੜੀ ਫੁਰਤੀ ਨਾਲ ਆ ਕੇ ਫਿਰ ਦੁਸ਼ਮਣ ਦਾ ਘੇਰਾ ਤੋੜ ਦਿੱਤਾ। ਕਰ ਕਰਾ ਚੋਲ ਸਾਂਗਨ ਧਰੇ ਅਧਿਕ ਸ਼ੀਘਰਤਾ ਧਰਤ ਰਣ। ਹੱਥਾਂ ਵਿੱਚ ਤੇਗੇ ਖੰਡੇ ਸਿੰਘਾਂ ਦੇ ਲਿਸ਼ਕਦੇ ਨੇ, ਬਰਛੇ ਲਿਸ਼ਕਦੇ ਨੇ ਤੇ ਵੈਰੀ ਨੂੰ ਪਰੋ ਸੁੱਟਦੇ ਨੇ, ਵੱਡ ਵੱਡ ਸੁੱਟਦੇ ਨੇ। ਜਨ ਨਿਬਰੈ ਕੇਹਰੀ ਫਿਰਤ ਹੈ ਮਸਤ ਦੁਰਦ ਕੋ ਦੇਖ ਗਣ। ਜਿਵੇਂ ਨਿਰਭੈ ਬੱਬਰ ਸ਼ੇਰ ਮਸਤ ਹਾਥੀਆਂ ਦੇ ਝੁੰਡ ਵਿੱਚ ਘੁੰਮਦਾ ਹੋਵੇ। ਹਾਂ, ਦੇਖਣ ਨੂੰ ਹਾਥੀ ਵੱਡੇ ਨੇ ਪਰ ਬਲ ਸ਼ੇਰ ਦਾ ਬੜਾ ਹੈ, ਰੋਬ ਸ਼ੇਰ ਦਾ ਜ਼ਿਆਦਾ। ਭਾਵੇਂ ਹਾਥੀ ਬੜੇ ਬੜੇ ਤਗੜੇ ਹੁੰਦੇ ਨੇ, ਸੈਂਕੜੇ ਹੋਣ, ਹਜ਼ਾਰਾਂ ਹੋਣ, ਪਰ ਜਦੋਂ ਬੱਬਰ ਸ਼ੇਰ ਮੈਦਾਨ 'ਚ ਆ ਜਾਂਦਾ ਉਹਦੇ ਸਾਹਮਣੇ ਨਹੀਂ ਖੜ ਸਕਦੇ। ਉਹਨਾਂ ਨੂੰ ਆਪਣੀ ਜਾਨ ਦਾ ਫਿਕਰ ਪੈ ਜਾਂਦਾ। ਬਾਬਾ ਅਜੀਤ ਸਿੰਘ ਬੱਬਰ ਸ਼ੇਰ ਹੈ ਤੇ ਮੁਗਲ ਪਠਾਨ ਹਾਥੀਆਂ ਵਰਗੇ ਯੋਧੇ ਫਿਰਦੇ ਹਨ। ਤਬ ਅਜੀਤ ਸਿੰਘ ਵੀਰ ਸਾਂਗ ਕਰ ਧਰ ਵਿਚਰੰਤਾ। ਬਾਬਾ ਅਜੀਤ ਸਿੰਘ ਦੇ ਹੱਥ ਵਿੱਚ ਬੜਾ ਜੰਗੀ ਬਰਛਾ ਹੈ, ਸਾਂਗ ਹੈ ਬੜੀ ਤਗੜੀ, ਤੇ ਉਹ ਹੱਥ ਵਿੱਚ ਲੈ ਕੇ ਦੁਸ਼ਮਣ ਦਲਾਂ ਵਿੱਚ ਵਿਚਰ ਰਿਹਾ ਹੈ। ਮਨੋਂ ਘਟਾ ਵਿੱਚ ਦਿਪਹਿ ਚੰਚਲ ਚਾ ਚਮਕ ਸੁਬੰਤਾ। ਏਦਾਂ ਸਮਝ ਲਓ ਵੀ ਕਾਲਿਆਂ ਬੱਦਲਾਂ ਦੇ ਵਿੱਚ ਬਿਜਲੀ ਲਿਸ਼ਕਦੀ ਹੈ। ਜਿਵੇਂ ਕਾਲਿਆਂ ਬੱਦਲਾਂ ਵਿੱਚ ਬਿਜਲੀ ਲਿਸ਼ਕਦੀ ਹੈ, ਕਾਲੀਆਂ ਕਾਲੀਆਂ ਵਰਦੀਆਂ ਵਾਲੀਆਂ ਫੌਜਾਂ ਨੇ, ਉਹ ਕਾਲੇ ਬੱਦਲ ਨੇ। ਤੇ ਬਾਬਾ ਅਜੀਤ ਸਿੰਘ ਦੀ ਕਲਗੀ, ਉਹਦੇ ਦੁਮਾਲੇ ਦੇ ਚੱਕਰ, ਉਹਦੇ ਹੱਥ ਦੀ ਬਰਛੀ ਜਦੋਂ ਲਿਸ਼ਕਦੀ ਹੈ ਇੰਜ ਲੱਗਦਾ ਵੀ ਜਿਵੇਂ ਬੱਦਲਾਂ ਵਿੱਚ ਬਿਜਲੀ ਚਮਕਦੀ ਹੈ। ਹਾਂਜੀ, ਜਿਸ ਕੇ ਮਾਰਤ ਸਹਾਏ ਸ਼ੀਘਰ ਹੀ ਤਿਸ ਉਥਲੰਤਾ। ਜਿਹਨੂੰ ਮਾਰਦਾ ਹੈ ਛਾਤੀ 'ਚੋਂ ਪਾਰ ਲੰਘਾ ਦਿੰਦਾ ਤੇ ਉਥਲ ਕੇ ਸੁੱਟ ਦਿੰਦਾ ਬਾਬਾ ਅਜੀਤ ਸਿੰਘ। ਲੇਤ ਨਿਕਾਸ ਪ੍ਰਕਾਸ਼ ਮਹਾਬਲ ਕਰ ਬਲਵੰਤਾ। ਉਹ ਵੈਰੀ ਦੇ ਛਾਤੀ 'ਚੋਂ ਬਰਛਾ ਮਾਰਦਾ ਵੀ ਹੈ ਤੇ ਕੱਢਦਾ ਵੀ ਹੈ ਤੇ ਪਤਾ ਨਹੀਂ ਲੱਗਣ ਦਿੰਦਾ ਵੀ ਕਿਹੜੇ ਵੇਲੇ ਮਾਰਿਆ ਸੀ ਤੇ ਕਿਹੜੇ ਵੇਲੇ ਵਾਪਸ ਵੀ ਪੁੱਟ ਲਿਆ। ਇੰਨੀ ਫੁਰਤੀ ਨਾਲ ਵਾਰ ਕਰਦਾ ਹੈ। ਜਨ ਕੈਰਵਾਨ ਮਹਿ ਰੁਕ ਗਇਓ ਚਕਾਵਿਓ ਭੇਦਨ ਕਰਿਓ। ਜਿਵੇਂ ਅਰਜਨ ਦਾ ਪੁੱਤਰ ਕੈਰਵਾਂ ਦੇ ਘੇਰੇ ਵਿੱਚ ਘਿਰ ਗਿਆ ਸੀ ਚੱਕਰਵਿਊਹ ਨੂੰ ਤੋੜਨ ਵਾਸਤੇ। ਅਬ ਮੰਨਿਓ ਸ਼ਤਰਗਨ ਛੇਦ ਕਰ ਛਿਨ ਭਿਨ ਛਤਰਨ ਦਰਿਓ। ਉਹ ਚੱਕਰਵਿਊਹ ਹੋਰ ਕਿਸੇ ਤੋਂ ਤੋੜਿਆ ਨਹੀਂ ਸੀ ਜਾ ਸਕਦਾ, ਜਾਂ ਤਾਂ ਅਰਜਨ ਤੋੜ ਸਕਦਾ ਸੀ ਤੇ ਅਰਜਨ ਉਹਨੂੰ ਤੋੜ ਕੇ ਉਹਦੇ ਚੋਂ ਜਿੰਦਾ ਨਿਕਲ ਵੀ ਸਕਦਾ ਸੀ, ਪਰ ਅਬ ਮੰਨਿਓ ਉਹਨੂੰ ਤੋੜ ਸਕਦਾ ਸੀ, ਚੋਂ ਨਿਕਲ ਨਹੀਂ ਸੀ ਸਕਦਾ। ਅਰਜਨ ਉੱਥੇ ਹਾਜ਼ਰ ਨਹੀਂ ਸੀ। ਉਹਨੇ ਆਪਣੇ ਤਾਏ ਨੂੰ ਕਿਹਾ, ਅਭਿਮਨਿਊ ਨੇ, ਕਿ ਤਾਇਆ ਜੀ ਮੈਂ ਚੱਕਰਵਿਊਹ ਤੋੜ ਸਕਦਾ ਪਰ ਬਾਹਰ ਨਹੀਂ ਨਿਕਲ ਸਕਦਾ, ਕਿਉਂਕਿ ਜਿਸ ਵੇਲੇ ਚੱਕਰਵਿਊਹ ਤੋੜਨ ਦੀ ਕਥਾ ਮੇਰੇ ਪਿਤਾ ਜੀ ਮੇਰੀ ਮਾਤਾ ਨੂੰ ਸੁਣਾ ਰਹੇ ਸੀ ਮੈਂ ਪੇਟ ਵਿੱਚ ਸੀ, ਪਰ ਜਦੋਂ ਚੱਕਰਵਿਊਹ ਤੋੜ ਕੇ ਬਾਹਰ ਨਿਕਲਣ ਦੀ ਕਥਾ ਉਹ ਸੁਣਾ ਰਹੇ ਸੀ ਤੇ ਮਾਂ ਸੌਂ ਗਈ ਸੀ। ਤੇ ਇਸ ਕਰਕੇ ਜਿਹੜਾ ਉਹ ਬਚਨ ਹੈ ਮੈਂ ਸੁਣ ਨਹੀਂ ਸਕਿਆ। ਉਸ ਤੋਂ ਬਾਅਦ ਕੀ ਹੋਣਾ, ਤਾਂ ਚੱਕਰਵਿਊਹ ਤੋੜਾਂਗਾ ਪਰ ਮੈਂ ਉੱਥੇ ਮਾਰਿਆ ਜਾਵਾਂਗਾ। ਚੱਕਰਵਿਊਹ ਤੋੜੇ ਤੋਂ ਬਿਨਾਂ ਜਿੱਤ ਦੀ ਹੋਰ ਕੋਈ ਉਮੀਦ ਨਹੀਂ ਸੀ। ਅਭਿਮਨਿਊ ਉਸ ਘੇਰੇ 'ਚ ਆ ਗਿਆ, ਬੜੀ ਬਹਾਦਰੀ ਨਾਲ ਲੜਿਆ, ਚੱਕਰਵਿਊਹ ਤੋੜਤਾ ਪਰ ਆਪ ਸ਼ਹੀਦ ਹੋ ਗਿਆ। ਅੱਜ ਚਮਕੌਰ ਦੀ ਗੜੀ ਵਿੱਚ ਬੜਾ ਵੱਡਾ ਚੱਕਰਵਿਊਹ ਹੈ, 10 ਲੱਖ ਵੈਰੀ ਦਾ ਚੱਕਰਵਿਊਹ ਹੈ ਤੇ ਬਾਬਾ ਅਜੀਤ ਸਿੰਘ ਜੀ ਉਹਦੇ ਵਿੱਚ ਅੜ ਕੇ ਦੁਸ਼ਮਣ ਦੇ ਨਾਲ ਉਸ ਵਿਊ ਨੂੰ ਤੋੜ ਰਹੇ ਹਨ। ਹਾਂਜੀ, ਇੱਕ ਭੱਟ ਬਖਤਰ ਸਹਿਤ ਮਾਰਤ ਹੈ ਸੰਗਤ ਸਾਈ। ਬਾਬਾ ਜੀ ਦੇ ਸਾਹਮਣੇ ਇੱਕ ਜਿਹੜਾ ਬਖਤਰ ਨਾਲ ਸਜਿਆ ਪਠਾਨ ਆਇਆ, ਬੜਾ ਵੱਡਾ ਯੋਧਾ, 7 ਫੁੱਟ ਉਹਦਾ ਕੱਦ ਕਾਠ, ਸਾਰਾ ਹੀ ਪਿੰਡਾ ਉਹਦਾ ਲੋਹੇ ਨਾਲ ਮੜਿਆ ਹੋਇਆ, ਉੱਤੇ ਟੋਪ ਪਾਇਆ, ਸੰਜੋ ਪਾਈ, ਹੱਥਾਂ ਉੱਤੇ ਦਸਤਾਨੇ ਪਾਏ, ਘੋੜੇ ਤੇ ਵੀ ਬਖਤਰ ਪਾਈ ਹੋਈ ਲੋਹੇ ਦੀ, ਤੇ ਸਾਧ ਸੰਗਤ ਜੀ ਬਾਬਾ ਜੀ ਦੇ ਸਾਹਮਣੇ ਆ ਗਏ। ਬਾਬਾ ਅਜੀਤ ਸਿੰਘ ਨੇ ਮਾਰੀ ਸਾਂਗ ਖਿੱਚ ਕੇ ਉਹਦੇ ਛਾਤੀ 'ਚ ਤਸਾ ਦਿੱਤੀ। ਰਹੀ ਨਾ ਅਟਕੀ ਕਹੂੰ ਓਜ ਤੇ ਪਾਰ ਪਰਾਈ। ਕਹਿੰਦੇ ਉਹ ਬਾਬਾ ਜੀ ਨੇ ਇੰਨੇ ਜ਼ੋਰ ਨਾਲ ਮਾਰੀ ਵੀ ਉਹ ਸੰਜੋ ਵੀ ਪਾੜ ਗਈ, ਉਹਦੀ ਛਾਤੀ ਪਾੜ ਕੇ ਪਿਛਲੇ ਪਾਸਿਓਂ ਦੀ ਲੰਘ ਗਈ, ਕਿਤੇ ਰੁਕੀ ਨਹੀਂ। ਇਹੋ ਜਿਹੇ ਬਲ ਨਾਲ ਵਾਰ ਕੀਤਾ ਬਾਬਾ ਅਜੀਤ ਸਿੰਘ ਨੇ। ਲਗਿਓ ਨਿਕਾਸਨ ਪੁਨਹ ਟੂਟ ਕਰ ਅਰਧ ਰਹੀ ਕਰ। ਜਦੋਂ ਬਾਬਾ ਜੀ ਵਾਪਸ ਪੱਟਣ ਲੱਗੇ ਨਾ ਬਰਛੀ ਉਹ ਸਾਂਗ, ਤਾਂ ਉਹਦੀ ਜਿਹੜੀ ਚੂਲ ਸੀ ਉਹ ਵਿੱਚ ਰਹਿ ਗਈ, ਉਹ ਪੁੱਟੀ ਨਹੀਂ ਗਈ। ਉਹ ਸਾਧ ਸੰਗਤ ਜੀ ਉੱਥੋਂ ਚੂਲ ਤੋਂ ਟੁੱਟ ਗਈ
यानी बरछे का फल अंदर रह गया ते सोटी जड़ी डांग सी हथ च रह गई। हाँ जी। तत छिन तिसको डार परी कट नागन सी धर। साध संगत जी वो फिर सांग टुट गई, जदों बरछी टुट गई वो पट के थले सुट दिती। बहु दस दस शत्र नबेर कर अर्ध रही बीच है बरी। भाई संतोख सिंह जी अलंकार बन रहे ने, कहते इंज लगदा ये बड़ी तिक्के जरीली नागण सीगी, वैरियां नूं डंग मार 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 के थक गई है ते हुण लम्मी पै गई है धरती दे उत्ते। हाँ जी। गन दुर्जन टिग होए वार कर तुम मर तीरथ रातरी। जदों बाबा जी दी नागण हुई उन्हां दे सांग बरछी टुट गई तां वैरी उन्हां दे उत्ते चढ़ आए चारे पासियों ते बड़ी तेजी नाल मारन दे लई वार करन लगे। लगे अंग महकाव रुदर बह दीर्घ चाला। कई सट्टां बाबे जीत सिंह नूं लग गईयां, शरीर दे विचों लहू वगण लग पिया। हाँ जी। भीजियो सर्ब शरीर चीर रंगे तत्काला। सारे कपड़े साहिबजादे दे लहू नाल भेज गए, रंगे गए। हाँ जी। मनहो तुरत रंग रेज रंग कर पट पहराए। इंज लगदा जे भी हुणे हुणे किसे ललारी ने रंगरेज ने अपनी मटकी दे विच लाल रंग पाया ते ओ चोला बाबा अजीत सिंह नूं पवा दिता। हाँ जी। श्रोण पिखियो हर खंत आज धर्म छतरी पाए। अपने लहू नूं वेख्या, अपने पिंडे दे डुल्ले खून नूं वेख्या, बड़ा खुश होया अजीत सिंह। कहंदा आज धर्म छतरी पाए, अज छतरी धर्म प्राप्त होया। क्योंकि जदों अपना लहू डुलदा तां योधियां नूं खुशी चढ़दी है। जिन्ने शरीर 'च जख्म लगदे ने वो अपने शरीर नूं पवित्र हुंदा समझदे ने। बाबा अजीत सिंह कहंदे अज मेरा छतरी पुणा सफल हो गया। छतरी को पूत हों बामण को न। कलगीधर पातशाह कहंदे मैं बामण दा पुत्र नहीं कि मैं गुफा 'च वड़ के, मैं किसी पहाड़ 'च वड़ के, किसी कंदरा 'च वड़ के तप करां। मेरा तप यही है कि तलवार फड़ के जंग करां। मेरी तपस्या यही है। छतरी को पूत हों बामण को न, कै तप आवत है जो करो। केड़ा तप है जिहड़ा मैं करना, मेरे लायक है, मेरे योग है। कहते जब आप की औद निदान बने अत ही रण में तब जूझ मरो, ये मेरा तप है। हाँ जी। तेह छिन चौहद शरिप लखे खड़ग म्यान ते काढ़ लियो। हुण चारे पासे वैरी 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 आ गए। कोई बरछियां नाल, कोई तलवारां नाल, कोई गोलियां नाल वार करना चाहुंदे, मारना चाहुंदे। वैरी नूं अपने आले दुआले आया वेख के म्यान चों तेग खिच लई है। हाँ जी। गन काट काट गेरे धरन तछा मुच तन तनक के। तलवार कढ़ी म्यान चों ते बड़ी फुर्ती नाल तछ मुछ वैरी दे टोटे करने शुरू कर दिते। बिजली दी फुर्ती नाल पंजां सत्तां दे सिर ला के औ मारे। हाँ जी। उते सिंह लर पंच सैकरे मार मरे रण। उन्हां दे साथी पंज सिंह, सुखा सिंह, वीर सिंह, ध्यान सिंह, आलम सिंह आदिक सैकड़ियां नूं मार के शहीद हो गए। इत अजीत सिंह रुपयो खड़ग ते काट रिपुन गण। इधर बाबा अजीत सिंह तलवार ढाल लैके वैरियां नाल युद्ध करी जांदा है। रुद्र बिखे पर रहे मन हो श्रम ते सपुताए। साध संगत जी सूर में उन्हां दे हथों मार मार के धरती ते लहू दे विच पए ने गुड़च होए। मानो थक के लाल तलाई बिछा के सौ गए ने। हाँ जी। लाल बिछौन बिछाए महाछब ते सुख पाए। लाल बिछौना बिछा लिया ते सदा दी नींद सौ गए ने मावां दे लाल। पठान ते मुगल वड्डे वड्डे योधे जंग दे मैदान विच इस तरह मरे पए ने। कह लगो वरण कर युद्ध को लिखो ग्रंथ बदते डर। कवि राज भाई संतोख सिंह जी कहते मैं कित्थों तक उस युद्ध का वर्णन करा। वो युद्ध ही बड़ा वड्डा सी। चमकौर वर्गा जंग ना पहले होया ते ना अगे होना। कहते जे मैं वर्णन करी जाना तो ग्रंथ वधन का डर लग रहा भी ग्रंथ वध रहा। हाँ जी। जिम करियो गुरु सुत ओजते नह मारियो किसते मरत। जिन्ना गुरु के पुत्र ने ओज दिखाया, बल दिखाया, जिन्नी उन्हें जंग दे विच फुर्ती दिखाई, किसे तो मारिया मरन च आउंदा ही नहीं पिया। हाँ जी। जिस दिश पर है धाए अरैन है भाजत है अर। जिधर दौड़ के बाबा अजीत सिंह पैंदा जिवें चीता शिकार ते पैंदा, जिवें बब्बर शेर शिकार ते पैंदा, इदां बाबा जी जांदे फुर्ती दे नाल। जिधर जांदे है ना
ਵੈਰੀ ਅੱਗੇ ਅੱਗੇ ਦੌੜਨ ਲੱਗ ਜਾਂਦੇ ਆ। ਹਾਲਾਂਕਿ ਉਹ ਇਕੱਲੇ ਨੇ ਤੇ ਵੈਰੀ ਹਜ਼ਾਰਾਂ ਨੇ, ਪਰ ਉਹਨਾਂ ਨੂੰ ਸਾਰਿਆਂ ਨੂੰ ਇੰਜ ਲੱਗਦਾ ਵੀ ਜਿਹੜਾ ਮੇਰੇ ਆ ਲਾ ਰਿਹਾ ਮੈਨੂੰ ਨਹੀਂ ਛੱਡੇਗਾ ਉਹਨੇ। ਹਾਂਜੀ, ਜਤਨ ਕਰ ਹੈ ਸਮੁਦਾਇ ਹਤ ਹੈ ਕਿਮ ਫਿਰਤ ਸ਼ੀਘਰ ਕਰ। ਕਹਿੰਦੇ ਵੈਰੀ ਉਹਨੂੰ ਘੇਰਨ ਦਾ ਮਾਰਨ ਦਾ ਯਤਨ ਬੜਾ ਕਰਦੇ ਨੇ, ਪਰ ਫੁਰਤੀ ਨਾਲ ਉਹਨਾਂ ਦੇ ਵਾਰਾਂ ਦੇ ਥੱਲਿਓਂ ਦੀ ਨਿਕਲ ਜਾਂਦਾ ਹੈ। ਹਾਂਜੀ, ਗੁਲਕਾ ਲਗ ਹੈ ਨਾ ਕੋਏ ਖੜਗ ਲੋ ਪਹੁੰਚ ਨਾ ਦੇ ਤੰ। ਕੋਈ ਗੋਲੀ ਬਾਬਾ ਜੀ ਨੂੰ ਨਹੀਂ ਲੱਗਦੀ, ਉਹ ਗੋਲੀ ਮਾਰਦੇ ਨੇ ਜਿੱਥੇ ਨਿਸ਼ਾਨਾ ਲਾ ਕੇ, ਉੱਥੋਂ ਜਦ ਜਿੰਨੇ ਚਿਰ ਨੂੰ ਘੋੜਾ ਦੱਬਦੇ ਨੇ ਬਾਬਾ ਜੀ 10 ਕਦਮ ਅਗਾਂਹ ਲੰਘ ਚੁੱਕੇ ਹੁੰਦੇ ਨੇ, ਪਿਛਾਂ ਹੋ ਜਾਂਦੇ ਨੇ, ਸੱਜੇ ਹੋ ਜਾਂਦੇ ਨੇ, ਖੱਬੇ ਪੈਂਤੜਾ ਬਦਲ ਜਾਂਦੇ। ਪੈਂਤੜੇ ਦੇ ਨਾਲ ਵੈਰੀ ਦੇ ਸਾਰੇ ਵਾਰ ਬੇਕਾਰ ਕਰੀ ਜਾਂਦਾ। ਇੰਨੀ ਫੁਰਤੀ ਨਾਲ ਦੌੜਦਾ ਜੰਗ ਦੇ ਮੈਦਾਨ 'ਚ ਬਾਬਾ ਅਜੀਤ ਸਿੰਘ। ਮਾਰ ਮਾਰ ਕਰ ਵੀਰ ਕਰਿਓ ਸੰਗਰ ਬਹੁ ਖੇਤੰ। ਮਾਰ ਮਾਰ ਕੇ ਵੈਰੀ ਦੇ ਸਥਾਰ ਲਾ ਦਿੱਤੇ। ਬੜਾ ਭਿਆਨਕ ਯੁੱਧ ਬਾਬਾ ਜੀ ਨੇ ਕੀਤਾ ਹੈ। ਕਰ ਕਰਾ ਚੋਲ ਜਬ ਟੁੱਟ ਗਇਓ ਜਮ ਧਰ ਲਈ ਨਿਕਾਸ ਕਰ। ਸਾਧ ਸੰਗਤ ਜੀ, ਉਸ ਵੇਲੇ ਬਾਬਾ ਜੀ ਦੀ ਤਲਵਾਰ ਬਹੁਤਿਆਂ ਨੂੰ ਝਟਕ ਕੇ ਟੁੱਟ ਗਈ। ਜਦੋਂ ਤਲਵਾਰ ਵੀ ਟੁੱਟ ਗਈ ਤੇ ਫਿਰ ਕਮਰ ਕਸੇ ਵਿੱਚੋਂ ਕਟਾਰ ਕੱਢੀ ਹੈ। ਹਾਂਜੀ, ਇੱਕ ਹਤੋ ਪਾਲਕੀ ਕੇ ਵਿਖੈ ਦੂਰ ਹੈ ਦੇਖਤ ਦ੍ਰਿਸ਼ਟ ਧਰ। ਉਸ ਵੇਲੇ ਇੱਕ ਬੜੇ ਮੋਟੇ ਢਿੱਡ ਵਾਲਾ ਖਾਨ, ਮੁਗਲਾਂ ਪਠਾਣਾ ਦਾ ਜਰਨੈਲ, ਪਾਲਕੀ 'ਚ ਬੈਠਾ ਬਹੁਤ ਪਿੱਛੇ ਫੌਜ ਨੂੰ ਕਹਿ ਰਿਹਾ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਇਹਨੂੰ ਜਿਉਂਦਾ ਫੜੋ। ਹਾਂਜੀ, ਅਨਵਰ ਖਾਨ ਨਵਾਬ ਤਾਹੇ ਕੀ ਦਿਸ਼ ਤਬ ਦੌਰੇ। ਅਨਵਰ ਖਾਨ ਨਵਾਬ ਕੋਈ ਬਾਬਾ ਜੀ ਤੋਂ 50 ਕਦਮ ਪਿੱਛੇ ਹੋਵੇਗਾ, ਦੂਰ ਸੀਗਾ, ਯਾਨੀ 50-60 ਕਦਮ ਦੂਰ ਸੀ। ਤੇ ਬਾਬਾ ਜੀ ਦੇ ਆਲੇ ਦੁਆਲੇ ਵੈਰੀ ਵੀ ਪੂਰੇ ਸਨ ਮਾਰਨ ਦੇ ਲਈ। ਪਰ ਬਾਬਾ ਜੀ ਨੇ ਜਦੋਂ ਸੁਣੀ ਨਾ ਆਵਾਜ਼ ਅਨਵਰ ਖਾਨ ਦੀ ਵੀ ਕਹਿੰਦਾ ਇਹਨੂੰ ਫੜ ਲਓ ਜਿਉਂਦਾ, ਬਾਬਾ ਜੀ ਕਹਿੰਦੇ ਤੂੰ ਤਾਂ ਸਾਨੂੰ ਫੜ ਪਹਿਲਾਂ। ਬਾਬਾ ਜੀ ਦੌੜੇ ਉਹਦੇ ਵੱਲ। ਹਾਂਜੀ, ਕਰੀ ਸ਼ੀਘਰਤਾ ਅਧਿਕ ਜਾਏ ਪਹੁੰਚੇ ਤਿਸ ਠੌਰੇ। ਤੇ ਇੰਨੀ ਫੁਰਤੀ ਕੀਤੀ ਵੀ ਜਿਵੇਂ ਚੀਤੇ ਦੀ ਫੁਰਤੀ ਹੁੰਦੀ ਹੈ। ਉਹ ਸਾਧ ਸੰਗਤ ਜੀ ਸਭ ਤੋਂ ਤੇਜ਼ ਜਿਹੜਾ ਦੌੜਦਾ ਨਾ ਚੀਤਾ ਮੰਨਿਆ ਜਾਂਦਾ, ਉਹ ਓਨੀ ਤੇਜ਼ੀ ਨਾਲ ਬਿਜਲੀ ਦੀ ਤਰ੍ਹਾਂ ਹੀ ਹੁੰਦਾ। ਇੱਥੇ ਬਟਨ ਦੱਬਿਆ ਤੇ ਉੱਥੇ ਬਲਬ ਜਗ ਗਿਆ, ਸਮਝੋ। ਇੰਨੀ ਕੁ ਫੁਰਤੀ ਸੀ ਵੀ ਬਾਬਾ ਜੀ ਇੱਥੋਂ ਤੁਰੇ ਨੇ ਤੇ 50-60 ਕਦਮ ਉਹ ਕਨਵਰ ਖਾਨ ਦੀ ਪਾਲਕੀ ਤੇ ਜਾ ਪਏ ਨੇ। ਉਧਰ ਪੁਸ਼ਟ ਮਹਿ ਹਨੀ ਓਜ ਤੇ ਬਹੁ ਝਕ ਝੋਰੇ। ਅਨਵਰ ਖਾਨ ਦੇ ਮੂੰਹ ਤੋਂ ਹੀ ਸੀ ਅਜੇ ਇੰਨਾ ਕਿ ਨਿਕਲ ਰਿਹਾ ਸੀ ਵੀ ਫੜ ਲਓ, ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਜਿਉਂਦਾ ਫੜ ਲਓ, ਇੰਨਾ ਉਹ ਕਹਿ ਰਿਹਾ ਸੀ। ਉਹਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਬਾਬਾ ਜੀ ਨੇ ਆ ਕੇ ਉਹਦੇ ਪੇਟ ਦੇ ਵਿੱਚ ਬੜਾ ਵੱਡਾ ਢਿੱਡ ਸੀ ਭੜੋਲੇ ਵਰਗਾ, ਕਟਾਰ ਉਹਦੇ ਵਿੱਚ ਖਬੋ ਦਿੱਤੀ ਹੈ। ਹਾਂਜੀ, ਜਿਤ ਕਿਤ ਤੇਰੇ ਪ ਆਏ ਘੇਰ ਲਈ ਨਸ ਚੋਹ ਓਰੇ। ਆ ਦੋਵੇਂ ਜਿਹੜੀਆਂ ਅਰਕਾਂ ਨੇ ਬਾਹਾਂ ਬਾਬਾ ਜੀ ਦੀਆਂ, ਇਹ ਪਹਿਲਾਂ ਉਹਨਾਂ ਨੇ ਪਾਲਕੀ ਦੇ ਵਿੱਚ ਰੱਖੀਆਂ, ਪਿਲਮ ਕੇ ਮਾਰਿਆ ਵਾਰ, ਪੇਟ ਪਾੜ ਦਿੱਤਾ। ਤੇ ਸਾਧ ਸੰਗਤ ਜੀ ਚਾਰੇ ਪਾਸਿਓਂ ਤੁਰਕਾਂ ਨੇ, ਮੁਗਲਾਂ ਨੇ ਘੇਰ ਲਿਆ। ਸਾਰੇ ਪਾਸਿਓਂ ਜਿੰਨੇ ਕੁ ਸ਼ਸਤਰ ਉਹਨਾਂ ਕੋਲ ਸੀਗੇ ਸਾਰੇ ਹੀ ਬਾਬਾ ਜੀਤ ਸਿੰਘ ਤੇ ਚਲਾ ਦਿੱਤੇ। ਇਮਕੀਨ ਜੋਦਗਨ ਛਤਰ ਹੱਥ ਲੋਪ ਭਏ ਤਤਕਾਲ ਰਨ। ਜਦੋਂ ਬਾਬਾ ਜੀ ਇਸ ਤਰ੍ਹਾਂ ਸਾਰਾ ਹੀ ਸਰੀਰ ਤੂੰਬਾ ਹੋ ਗਿਆ, ਗੋਲੀਆਂ ਨਾਲ ਛਾਨਣੀ ਹੋ ਗਿਆ, ਬੇਅੰਤ ਸ਼ਸਤਰਾਂ ਨਾਲ ਉਹਨਾਂ ਦਾ ਸਰੀਰ ਵਿੰਨਿਆ ਗਿਆ। ਉਹਨਾਂ ਦੇ ਸਰੀਰ ਦੇ ਜ਼ਖਮ ਅਜੇ ਤਾਈਂ ਕਿਸੇ ਤੋਂ ਗਿਣੇ ਨਹੀਂ ਗਏ, ਕਿੰਨੇ ਕੁ ਜ਼ਖਮ ਲੱਗੇ ਗਿਣਤੀ ਹੋ ਨਹੀਂ ਸਕਦੀ। ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਅਖੀਰਲਾ ਸਵਾਸ ਜਦੋਂ ਆਇਆ, ਇਹ ਸਰੀਰ ਛੱਡਣ ਲੱਗੇ ਤਾਂ ਆਪ ਜੀ ਨੇ ਆਪਣਾ ਸਰੀਰ ਅਲੋਪ ਕਰ ਲਿਆ। ਆਮ ਤੌਰ ਤੇ ਇਹ ਗੱਲਾਂ ਜਿਹੜੀਆਂ ਨੇ ਲੋਕਾਂ ਦੀ ਸਮਝ ਨਹੀਂ ਆਉਂਦੀਆਂ, ਉਹ ਕਹਿੰਦੇ ਇਦਾਂ ਕਿਵੇਂ ਹੋ ਸਕਦਾ। ਪਰ ਸਾਧ ਸੰਗਤ ਜੀ, ਗੁਰੂ ਦੇ ਕੋਲ ਸਾਰੀ ਸ਼ਕਤੀ ਹੈ, ਗੁਰੂ ਸਭ ਕੁਝ ਕਰ ਸਕਦਾ। ਉਸ ਵੇਲੇ ਸਰੀਰ ਅਲੋਪ ਕਰਨਾ ਜ਼ਰੂਰੀ ਸੀ ਬਾਬਾ ਜੀ ਦਾ। ਕਿਉਂ? ਜੇ ਉਹਨਾਂ ਦਾ ਸਰੀਰ ਉੱਥੇ ਡਿੱਗਦਾ, ਸਭ ਤੋਂ ਪਹਿਲਾਂ ਉਹਨਾਂ ਦਾ ਸਿਰ ਵੱਢਣਾ ਸੀ, ਉਹਨੂੰ ਲੈ ਕੇ ਬਾਦਸ਼ਾਹ ਕੋਲ ਜਾਣਾ ਸੀ ਇਨਾਮ ਲੈਣ ਲਈ। ਇਸ ਕਰਕੇ ਇਸ ਪਵਿੱਤਰ ਸਰੀਰ ਦੀ ਬੇਅਦਬੀ ਨਾ ਕਰ ਸਕਣ, ਬਾਬਾ ਜੀ ਦਾ ਸਰੀਰ ਅਲੋਪ ਹੋ ਗਿਆ। ਹਾਂਜੀ, ਸਭ ਦਿਖਤ ਅਚੰਪੈ ਹੋਏ ਰਹਿਓ, ਕਹਾ ਗਇਓ ਕਿਤ ਛਪਿਓ ਹਨ। ਸਭ ਹੈਰਾਨ ਹੋ ਗਏ, ਅਚੰਭੇ 'ਚ ਪੈ ਗਏ। ਬਾਅਦ ਵਿੱਚ ਜਦੋਂ ਬੀਬੀ ਸ਼ਰਨ ਕੌਰ ਨੇ ਸੰਸਕਾਰ ਕੀਤਾ ਨਾ, ਉਸ ਵੇਲੇ ਦਰਸ਼ਨ ਦਿੱਤੇ ਸਰੀਰ ਦੇ। ਤੁਰਕਾਂ ਨੂੰ ਪਤਾ ਨਹੀਂ ਲੱਗਾ ਵੀ ਕਿੱਥੇ ਗਿਆ ਸਰੀਰ, ਉਹਨਾਂ ਨੂੰ ਨਹੀਂ ਨਜ਼ਰ, ਨਹੀਂ ਤਾਂ ਉਹਨਾਂ ਨੇ ਕਿੱਥੇ ਸੰਸਕਾਰ ਕਰਨ ਦੇਣਾ ਸੀ। ਉਹਨਾਂ ਨੇ ਸਿਰ ਵੱਢਣਾ ਸੀ ਜਾਂ ਉਹਨਾਂ ਦਾ ਸਰੀਰ ਚੁੱਕਣਾ ਸੀ, ਸੂਬਿਆਂ ਕੋਲ ਲਿਜਾਣਾ ਸੀ, ਬੜੀ ਬੇਅਦਬੀ ਕਰਨੀ ਸੀ, ਕਿਉਂਕਿ ਉਹ ਖਾਸ ਸਰੀਰ ਸੀ। ਉਹਦੀ ਉਹਨਾਂ ਨੂੰ ਬੜੀ ਵੱਡੀਆਂ ਜਗੀਰਾਂ ਦੇ ਇਨਾਮ ਮਿਲਣੇ ਸੀ।
ਤੋ ਇਸ ਕਰਕੇ ਬਾਬਾ ਜੀ ਨੇ ਆਪਣੀ ਆਤਮਿਕ ਸ਼ਕਤੀ ਨਾਲ ਜਿਹੜੀ ਰੂਹਾਨੀ ਪਾਵਰ ਸੀ, ਸਾਧ ਸੰਗਤ ਜੀ ਸ਼ਹੀਦੀ ਪਾਵਰ ਸੀ, ਉਹਦੇ ਨਾਲ ਆਪਣਾ ਸਰੀਰ ਅਲੋਪ ਕਰ ਲਿਆ। ਸਤਿ ਸ੍ਰੀ ਅਕਾਲ। ਦੋਹਰਾ ਇਸ ਵਿਦ ਗੁਰ ਨੰਦਨ ਲਰਿਓ। ਇਸ ਪ੍ਰਕਾਰ ਬਾਬਾ ਅਜੀਤ ਸਿੰਘ ਸਾਹਿਬ ਜੀ ਲੜ ਕੇ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹੀਦੀ ਪ੍ਰਾਪਤ ਕੀਤੀ ਹੈ। ਜਿਹ ਅਜੀਤ ਸਿੰਘ ਨਾਮ, ਜਿਨ੍ਹਾਂ ਦਾ ਨਾਮ ਬਾਬਾ ਅਜੀਤ ਸਿੰਘ ਵੱਡੇ ਸਾਹਿਬਜ਼ਾਦੇ। ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਜੀਤਾ ਗਿਆ ਤਾਂ ਮੁੜ ਕੇ ਜੀਤਾ ਨਾ ਆਊਂਗਾ। ਜਿਹੜੇ ਕਿਸੇ ਤੋਂ ਜਿੱਤੇ ਨਹੀਂ ਗਏ ਔਰ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾ ਕੇ ਬਾਬਾ ਜੀ ਨੇ, ਸਾਧ ਸੰਗਤ ਜੀ ਉਹਨਾਂ ਦੀਆਂ ਵਡਿਆਈਆਂ ਨੇ। ਬਾਬਾ ਬਿਸ਼ਨ ਸਿੰਘ ਜੀ ਬਾਬੇ ਬਕਾਲੇ ਵਾਲੇ ਮਹਾਂਪੁਰਸ਼ ਨਾ ਬੜੇ ਬੜੇ ਵੱਡੇ ਨਿਸ਼ਾਨ ਸਾਹਿਬ ਲਾਇਆ ਕਰਦੇ ਸੀ। 125 ਫੁੱਟ ਜਿੱਥੇ ਕੋਈ ਸਿੰਘ ਸ਼ਹੀਦ ਹੋਣਾ ਉੱਥੇ ਹੀ ਨਿਸ਼ਾਨ ਚਲਾ ਦੇਣਾ। ਕਿਸੇ ਨੇ ਵਿਗਾ ਜ਼ਮੀਨ ਦੇਣੀ, ਉੱਥੇ ਵੀ 100 ਫੁੱਟ ਦਾ 125 ਫੁੱਟ ਦਾ ਨਿਸ਼ਾਨ। ਉਹ ਮੇਰੇ ਵਰਗਿਆਂ ਨੇ ਆਖਣਾ ਬਾਬਾ ਜੀ ਇੰਨੇ ਨਿਸ਼ਾਨ ਸਾਹਿਬ ਕਦੀ ਤੁਸੀਂ ਬਾਬੇ ਬਕਾਲੇ ਸਾਹਿਬ ਜਾਓ ਨਾ, ਮੇਰਾ ਖਿਆਲ ਹੋਰ ਵੀ ਸ਼ਹਿਰਾਂ ਵਿੱਚ ਹੋਣਗੇ, ਪਰ ਬਾਬੇ ਬਕਾਲੇ ਜਿੰਨੇ ਨਿਸ਼ਾਨ ਸਾਹਿਬ ਗਿਣੇ ਨਹੀਂ ਜਾਂਦੇ। ਮੇਰਾ ਖਿਆਲ 50-60 ਨਿਸ਼ਾਨ ਸਾਹਿਬ ਨੇ, ਔਰ ਉਹ ਵੀ 100 ਫੁੱਟੇ ਬੜੇ ਬੜੇ ਉੱਚੇ। ਤੇ ਕਿਸੇ ਨੇ ਪੁੱਛਿਆ ਬਾਬਾ ਜੀ ਵੀ ਇੰਨੇ ਨਿਸ਼ਾਨਾਂ ਦਾ ਕੀ ਮਤਲਬ, ਕਿਉਂ ਇੰਨੇ ਲਾਏ ਆ? ਉਹ ਕਹਿੰਦੇ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਕਿ ਜਿੰਨਾ ਮੇਰੇ ਅਜੀਤ ਸਿੰਘ ਦੇ ਮਾਸ ਦੀਆਂ ਬੋਟੀਆਂ ਨੂੰ ਕੀੜੀਆਂ ਕੱਟ ਕੇ ਥੱਲੇ ਲੈ ਕੇ ਜਾਣਗੀਆਂ ਧਰਤੀ 'ਚ, ਓਨੀਆਂ ਡੂੰਘੀਆਂ ਸਿੱਖੀ ਦੀਆਂ ਜੜ੍ਹਾਂ ਕਰ ਦਿਆਂਗਾ। ਜਿੰਨੀਆਂ ਮੇਰੇ ਪੁੱਤਰ ਦੀਆਂ ਮਾਸ ਦੀਆਂ ਬੋਟੀਆਂ ਨੂੰ ਇੱਲਾਂ ਲੈ ਕੇ ਅਸਮਾਨ ਚੁੱਟਣਗੀਆਂ, ਓਨੇ ਉੱਚੇ ਮੈਂ ਪੰਥ ਦੇ ਨਿਸ਼ਾਨ ਚੁਲਾ ਦਿਆਂਗਾ। ਅੱਜ ਜਿਹੜੇ ਨਿਸ਼ਾਨ ਝੂਲ ਰਹੇ ਨੇ ਗੁਰਦੁਆਰਿਆਂ ਵਿੱਚ, ਦੇਸ਼ਾਂ ਵਿਦੇਸ਼ਾਂ ਵਿੱਚ, ਸਭ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਕਮਾਈ ਸਦਕਾ ਹੈ। ਸੋ ਸਾਧ ਸੰਗਤ ਜੀ, ਸ੍ਰੀ ਚਮਕੌਰ ਸਾਹਿਬ ਦੇ ਇਸ ਵੱਡੇ ਯੁੱਧ ਵਿੱਚ ਬਾਬਾ ਜੀ ਨੇ ਬਹਾਦਰੀ ਨਾਲ ਸ਼ਹੀਦੀ ਪ੍ਰਾਪਤ ਕੀਤੀ। ਨਾਲ ਭਾਈ ਆਲਮ ਸਿੰਘ ਜੀ ਨੱਚਣਾ, ਇਹ 10ਵੇਂ ਪਾਤਸ਼ਾਹ ਦੇ ਖਾਸ ਮੁਸਾਹਿਬ ਸਨ। ਆਲਮ ਸਿੰਘ ਸਾਰੀ ਉਮਰ ਪਾਤਸ਼ਾਹ ਦੇ ਗੜਵਈ ਰਹੇ ਨੇ। ਸੱਜੇ ਹੱਥ ਵਿੱਚ ਸਰਬਲੋ ਦਾ ਗੜਵਾ, ਹਰ ਵੇਲੇ ਤਿਆਰ ਬਰ ਤਿਆਰ, ਕਮਰ ਕਸੇ ਜੇ ਸ਼ਸਤਰ ਸਜੇ, ਮੋਢੇ ਤੇ ਬੰਦੂਕ। ਦਿਨੇ ਸਾਰਾ ਦਿਨ ਮਹਾਰਾਜ ਦਾ ਗੜਵਈ ਹੋ ਕੇ ਜਲ ਪਾਣੀ ਛਕਾਣਾ, ਪ੍ਰਸ਼ਾਦਾ ਛਕਾਣਾ। ਤੇ ਰਾਤ ਨੂੰ ਜਦੋਂ ਸਤਿਗੁਰੂ ਜੀ ਬਿਰਾਜਦੇ ਸੀ ਅਨੰਦਪੁਰ ਸਾਹਿਬ, ਤੇ ਭਾਈ ਆਲਮ ਸਿੰਘ ਜੀ ਬੰਦੂਕ ਲੈ ਕੇ ਪਹਿਰੇ ਤੇ ਖੜੇ ਰਹਿਣਾ ਸਾਰੀ ਰਾਤ। ਤੇ ਬਚਿੱਤਰ ਨਾਟਕ ਵਿੱਚ ਨਾਮ ਆਇਆ ਉਹਦਾ। ਮਹਾਰਾਜ ਕਹਿੰਦੇ ਜਬ ਦਲ ਪਾਰ ਨਦੀ ਕੇ ਆਇਓ, ਦਿਲਾਵਰ ਖਾਨ, ਰੁਸਤਮ ਖਾਨ ਫੌਜਾਂ ਲੈ ਕੇ ਆ ਗਏ। ਬਿਨਾਂ ਖਬਰ ਕੀਤਿਆਂ ਅੱਧੀ ਰਾਤ ਨੂੰ ਵੀ ਗੁਰੂ ਨੂੰ ਜਾ ਕੇ ਦਬ ਲਵਾਂਗੇ ਸੁੱਤੇ ਪਿਆਂ ਨੂੰ। ਉਹਦੀ ਫੌਜ ਨਦੀ ਤੋਂ ਪਾਰ ਆ ਗਈ, ਯਾਨੀ ਸਤਲੁਜ ਤੋਂ ਪਾਰ ਆ ਗਈ। ਜਬ ਦਲ ਪਾਰ ਨਦੀ ਕੇ ਆਇਓ, ਆਨ ਆਲਮੇ ਹਮੇ ਜਗਾਇਓ। ਆਲਮ ਸਿੰਘ ਨੇ ਸਾਨੂੰ ਆ ਕੇ ਜਗਾਇਆ ਵੀ ਮਹਾਰਾਜ ਦੁਸ਼ਮਣ ਦੀ ਦਲ ਫੌਜ ਆ ਗਈ ਹੈ। ਯਾਨੀ ਜਿਹਦਾ ਨਾਮ ਗੁਰਬਾਣੀ 'ਚ ਆਇਆ ਉਹ ਭਾਈ ਆਲਮ ਸਿੰਘ ਮਹਾਬਲੀ ਯੋਧਾ। ਫਿਰ ਉਹਦੀ ਭਾਵਨਾ ਸ਼ਰਧਾ ਕਿੰਨੀ ਸੀ ਸਤਿਗੁਰਾਂ ਦੇ ਪ੍ਰਤੀ। ਕਹਿੰਦੇ ਜਦੋਂ ਉਹਦੇ ਮਨ 'ਚ ਭਾਵਨਾ ਆਈ ਵੀ ਜਿਹੜੇ ਕਮਰੇ 'ਚ ਸਤਿਗੁਰੂ ਜੀ ਬਿਰਾਜਦੇ ਨੇ, ਇਸ ਸਾਰੇ ਕਮਰੇ ਦੀਆਂ ਕੰਧਾਂ ਤੇ ਸੋਨਾ ਲਵਾਉਣਾ। ਕਹਿੰਦੇ ਕਿ ਬਾਦਸ਼ਾਹ ਔਰੰਗਜ਼ੇਬ ਕਹਿੰਦੇ ਬੜੇ ਵੱਡੇ ਮਹਿਲਾਂ 'ਚ ਸੌਂਦਾ, ਉਹ ਝੂਠਾ ਪਾਤਸ਼ਾਹ, ਇਹ ਤਾਂ ਸੱਚੇ ਪਾਤਸ਼ਾਹ ਨੇ। ਮਹਾਰਾਜ ਨੂੰ ਦਿਨ ਚੜ੍ਹਿਆਂ ਬੇਨਤੀ ਕੀਤੀ, ਮਹਾਰਾਜ ਮੇਰੀ ਬੇਨਤੀ ਪ੍ਰਵਾਨ ਕਰੋ। ਮਹਾਰਾਜ ਕਹਿੰਦੇ ਤੇਰਾ ਕਦੀ ਬਚਨ ਮੋੜਿਆ ਹੀ ਨਹੀਂ, ਦੱਸ ਕੀ ਕਹਿਣਾ। ਕਹਿੰਦਾ ਮਹਾਰਾਜ ਮੈਂ ਚਾਹੁੰਦਾ ਵੀ ਆਪ ਜੀ ਦੇ ਸਾਰੇ ਕਮਰੇ ਦੀਆਂ ਕੰਧਾਂ ਸੁਨਹਿਰੀ ਹੋਣੀਆਂ ਚਾਹੀਦੀਆਂ। ਮਹਾਰਾਜ ਕਹਿੰਦੇ ਕਿਹੜੇ ਚੱਕਰ 'ਚ ਪੈ ਗਿਆ ਆਲਮ ਸਿੰਘ। ਕਹਿੰਦਾ ਮਹਾਰਾਜ ਜੋ ਮਰਜ਼ੀ ਸਮਝੋ, ਪਰ ਮੇਰੀ ਇਹ ਭਾਵਨਾ ਹੁਣ ਪੂਰੀ ਕਰੋ। ਤੇ ਮਹਾਰਾਜ ਕਹਿੰਦੇ ਜਿਵੇਂ ਤੇਰੀ ਮਰਜ਼ੀ ਹੈ। ਫਿਰ ਸਤਿਗੁਰਾਂ ਦਾ ਹੁਕਮ ਲੈ ਕੇ ਨੇ ਸਾਰੀ ਸੇਵਾ ਜਿਹੜੀ ਇਹਨਾਂ ਕੰਧਾਂ ਦੀ ਸਿੰਘਾਂ ਨੂੰ ਸੇਵਾ ਲਾਈ। ਕਿਸੇ ਨੂੰ 2 ਤੋਲੇ, ਕਿਸੇ ਨੂੰ 5, ਕਿਸੇ ਨੂੰ 10, ਕਿਸੇ ਨੂੰ 100। ਉਹ ਸਾਰਾ ਬੰਗਲਾ ਸੋਨੇ ਦਾ ਬਣਿਆ ਸੀਗਾ ਜਿੱਥੇ ਪਾਤਸ਼ਾਹ ਜੀ ਬਿਰਾਜਿਆ ਕਰਦੇ ਸਨ। ਇਹੋ ਜਿਹੇ ਸਿੰਘ ਭਾਈ ਵੀਰ ਸਿੰਘ, ਸੁੱਖਾ ਸਿੰਘ, ਭਾਈ ਧਿਆਨ ਸਿੰਘ,
ਇਹ ਸਭ ਜੰਗ ਦੇ ਮੈਦਾਨ ਸਾਹਿਬਜ਼ਾਦੇ ਜੀਤ ਸਿੰਘ ਦੇ ਨਾਲ ਨਿਕਲੇ, ਸ਼ਹੀਦੀ ਪਾ ਗਏ। ਸੋ ਇਸ ਕਰਕੇ ਕਵੀ ਜੀ ਕਹਿੰਦੇ ਇਸ ਬਿਦ ਗੁਰ ਨੰਦਨ ਲਰਿਓ, ਜੇ ਅਜੀਤ ਸਿੰਘ ਨਾਮ, ਸੋ ਜਸ ਜਗਤ ਮੈਂ ਪ੍ਰਗਟ ਪਾ, ਪੁਨ ਪਹੁੰਚੇ ਹਰ ਧਾਮ। ਸਾਰੇ ਜਗਤ ਵਿੱਚ ਉਹਨਾਂ ਦਾ ਜਸ ਹੋ ਰਿਹਾ, ਹੁੰਦਾ ਹੀ ਰਹਿਣਾ। ਸਾਰੀ ਸ੍ਰਿਸ਼ਟੀ ਜਿੰਨਾ ਚਿਰ ਚੱਲ ਰਹੀ ਹੈ, ਕਾਇਨਾਤ ਕੁੱਲ, ਉਦੋਂ ਤੱਕ ਵੀ ਜਸ ਰਹਿਣਾ ਤੇ ਉਸ ਤੋਂ ਬਾਅਦ ਵੀ ਜਸ ਰਹਿਣਾ, ਕਿਉਂਕਿ ਇਹ ਮੰਡਲ ਦਾ ਸਾਨੂੰ ਪਤਾ ਹੈ, ਇਹ ਸੰਸਾਰ ਦਾ ਵੀ ਇਹ ਕਿੰਨਾ ਚਿਰ ਕਿਵੇਂ। ਇਸ ਤੋਂ ਪਰੇ ਜਿਹੜੀ ਗੱਲ ਹੈ ਉਹ ਸਾਨੂੰ ਪਤਾ ਨਹੀਂ, ਉੱਥੇ ਵੀ ਸਦਾ ਉਹਨਾਂ ਦਾ ਜਸ ਹੋ ਰਿਹਾ। ਇਹ ਚੰਦ ਸੂਰਜ ਭਾਵੇਂ ਖਤਮ ਹੋ ਜਾਣ, ਸੂਖਮ ਮੰਡਲ 'ਚ ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦਾ ਜਸ ਹੁੰਦਾ ਹੀ ਰਹਿਣਾ, ਹੁੰਦਾ ਹੀ ਰਹਿਣਾ, ਉਹ ਸਦਾ ਹੀ ਰਹਿਣਾ, ਕਿਉਂਕਿ ਉਹ ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਸੱਚ ਵਿੱਚ ਸਮਾ ਗਏ ਹਨ। ਜਿਹੜਾ ਉਸ ਸੱਚ ਵਿੱਚ ਰਲ ਗਿਆ ਉਹ ਸੱਚ ਹੀ ਹੋ ਗਿਆ। ਉਹ ਤਾਂ ਮਹਾਰਾਜ ਦੀ ਬਚਨ ਨੇ ਨਾ ਨੌਵੇਂ ਪਾਤਸ਼ਾਹ ਦੇ, ਜਦੋਂ ਸਤਿਗੁਰਾਂ ਨੂੰ ਪੁੱਛਿਆ ਮਹਾਰਾਜ ਸਾਰਾ ਸੰਸਾਰ ਖਤਮ ਹੋ ਜਾਏਗਾ, ਤੁਸੀਂ 9 ਸ਼ਲੋਕਾਂ 'ਚ ਕਹਿ ਰਹੇ ਹੋ, ਕੋਈ ਰਵੇਗਾ ਵੀ? ਮਹਾਰਾਜ ਕਹਿੰਦੇ ਮਤੀ ਦਾਸ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਨਾਮ ਰਹੇਗਾ ਪਰਮੇਸ਼ਰ ਦਾ, ਨਾਮ ਜਪਣ ਵਾਲੇ ਰਹਿਣਗੇ, ਨਾਮ ਦੇ ਦਾਤੇ ਸਤਿਗੁਰੂ ਰਹਿਣਗੇ। ਇਹ ਜਾਣ ਵਾਲੀਆਂ ਚੀਜ਼ਾਂ ਨਹੀਂ, ਖਤਮ ਹੋਣ ਵਾਲੀਆਂ ਚੀਜ਼ਾਂ ਨਹੀਂ ਹੈ, ਇਹ ਅਟੱਲ ਹਨ। ਸੋ ਧੰਨ ਬਾਬਾ ਜੀਤ ਸਿੰਘ ਜੀ ਦਾ ਸ਼ਹੀਦੀ ਪ੍ਰਸੰਗ ਆਪ ਜੀ ਨੇ ਸਾਂਝਾ ਕੀਤਾ। ਕੱਲ੍ਹ ਨੂੰ ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਦਾ ਪ੍ਰਸੰਗ ਆਪਾਂ ਵਿਚਾਰਾਂਗੇ ਤੇ ਉਸ ਤੋਂ ਬਾਅਦ ਫਿਰ ਅੱਗੇ ਸਾਧ ਸੰਗਤ ਜੀ ਜੇ ਹੁਕਮ ਹੋਏਗਾ ਸੰਗਤਾਂ ਦਾ ਤਾਂ ਫਿਰ ਛੋਟੇ ਸਾਹਿਬਜ਼ਾਦਿਆਂ ਦੇ ਵੀ ਸ਼ਹੀਦੀ ਦੇ ਪ੍ਰਸੰਗ ਕੁਝ ਸੰਗਤਾਂ ਕਰੇ, ਅੱਜ ਵੀ ਭਾਈ ਸਾਹਿਬ ਕਹਿ ਰਹੇ ਸੀ ਵੀ ਉਹ ਵੀ ਪ੍ਰਸੰਗ ਜਿਹੜਾ ਜ਼ਰੂਰੀ ਸੁਣਾਉਣਾ ਚਾਹੀਦਾ, ਸਰਹੰਦ ਦਾ ਸਾਕਾ ਵੀ, ਫਤਿਹਗੜ੍ਹ ਸਾਹਿਬ ਦਾ। ਸੋ ਉਹ ਵੀ ਆਪਾਂ ਜੇ 5-4 ਦਿਨਾਂ ਵਿੱਚ ਹੋ ਸਕਿਆ ਤੇ ਸੰਗਤਾਂ ਨਾਲ ਸਾਂਝਾ ਕਰਾਂਗੇ। ਉਸ ਤੋਂ ਬਾਅਦ ਫਿਰ ਜਿਹੜੀ ਕਥਾ ਆਪਾਂ ਛੱਡੀ ਸੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ, ਉਹ ਸ਼ੁਰੂ ਕਰਾਂਗੇ। ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਸ਼ਨ, ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ, ਆਂਧਕੂਪ ਮਹਾ ਭਿਆਨ ਨਾਨਕ ਪਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ